ਸੱਤਵੀਂ ਸ਼੍ਰੇਣੀ ਵਿੱਚ ਪੜ੍ਹ ਰਹੇ ਪਿਆਰੇ ਪਿਆਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਅਮਨਦੀਪ ਕੌਰ ਅੱਜ ਫਿਰ ਲੈ ਕੇ ਆਈ ਹਾਂ ਨਵੀਂ ਉਡਾਨ ਪੰਜਾਬੀ ਪਾਠ ਪੁਸਤਕ 7 ਜਿਸ ਦਾ ਪਾਠ ਨੰਬਰ 9 ਪਿੱਪਲ ਦੇ ਪੱਤੇ ਨੂੰ ਅਸੀਂ ਪੜ੍ਹ ਰਹੇ ਸੀ। ਇਸ ਨੂੰ ਹੀ ਅੱਗੇ ਅਸੀਂ ਅੱਜ ਫਿਰ ਕੰਟੀਨਿਊ ਕਰਾਂਗੇ। ਸੋ ਆਓ ਖੋਲ੍ਹੋ ਕਿਤਾਬਾਂ ਦਾ ਪੰਨਾ ਨੰਬਰ 66 ਪਿੱਪਲ ਦੇ ਪੱਤੇ ਨੂੰ। ਵਿਦਿਆਰਥੀਓ, ਇਸ ਪਾਠ ਦੇ ਵਿੱਚ ਜੋ ਕਵਿਤਾ ਰੂਪ ਦੇ ਵਿੱਚ ਹੈ, ਇਸ ਵਿੱਚ ਅਸੀਂ ਹੁਣ ਤੱਕ ਪੜ੍ਹ ਚੁੱਕੇ ਸੀ ਕਿ ਪਿੱਪਲ ਦਾ ਇੱਕ ਪੱਤਾ ਹੈ ਜਿਹੜਾ ਬਹੁਤ ਰੌਲਾ ਪਾਉਂਦਾ ਹੈ, ਜਿਸ ਨੂੰ ਇੱਕ ਕਵੀ ਪੁੱਛਦਾ ਹੈ ਕਿ ਉਹਨੇ ਦਿਨ ਰਾਤ ਕਿਉਂ ਇੰਨਾ ਸ਼ੋਰ ਦੱਸਣਾ ਚਾਹ ਰਿਹਾ ਹੈ। ਅਤੇ ਉਹ ਪਿੱਪਲ ਦਾ ਪੱਤਾ ਦੱਸਦਾ ਹੈ ਕਿ ਉਹ ਕਦੇ ਬਹੁਤ ਹਰੇ ਭਰੇ ਰੰਗ ਦਾ ਸੀ, ਹਰਾ ਕਚੂਰ ਸੀ ਉਹਦਾ ਰੰਗ, ਹੁਣ ਉਹ ਪੀਲਾ ਪੈ ਗਿਆ ਹੈ। ਕਦੇ ਉਹ ਫੁੱਟਿਆ ਸੀ, ਕਰੂੰਬਲ ਬਣ ਕੇ ਪੈਦਾ ਹੋਇਆ ਸੀ, ਇਸ ਰੁੱਖ ਦੇ ਨਾਲ ਆਇਆ ਸੀ, ਉਹਦੀ ਹੋਂਦ ਆਈ ਸੀ ਜਗਤ ਦੇ ਵਿੱਚ, ਫਿਰ ਉਹਦਾ ਰੰਗ ਹਰਾ ਹੋਇਆ ਸੀ, ਫਿਰ ਹੌਲੀ ਹੌਲੀ ਵੱਡਾ ਹੋਇਆ ਸੀ ਅਤੇ ਉਹਨੂੰ ਇਹ ਸਾਰਾ ਕਾਰਜ ਸਮਝ ਆਉਣ ਲੱਗਾ ਸੀ ਕਿ ਕਿਵੇਂ ਉਹਦਾ ਬਚਪਨ ਬੀਤ ਗਿਆ ਹੈ, ਜਵਾਨੀ ਆ ਗਈ ਹੈ ਅਤੇ ਜਵਾਨੀ ਤੋਂ ਅਗਲੇਰਾ ਪੜਾਅ ਕਿਹੜਾ ਹੈ। ਇਸ ਤੋਂ ਬਾਅਦ ਇਸ ਵਿੱਚ ਦੱਸਿਆ ਗਿਆ ਸੀ ਕਿ ਉਹ ਪੱਤਾ ਦੱਸ ਰਿਹਾ ਹੈ ਕਿ ਹਰੇ ਭਰੇ ਰੁੱਖ ਨੇ ਜਿਹੜੇ ਮੇਰੇ ਕਰਕੇ ਨੇ, ਅਗਰ ਪੱਤਿਆਂ ਦਾ ਰੰਗ ਹਰਾ ਭਰਾ ਹੋਵੇ ਤਾਂ ਹੀ ਉਹ ਸਭ ਨੂੰ ਠੰਡੀਆਂ ਛਾਵਾਂ ਦਿੰਦੇ ਨੇ। ਜਿਹੜਾ ਰੁੱਖ ਸੁੱਕਾ ਹੋਏਗਾ ਉਹਦੀ ਛਾਂ ਵੀ ਠੰਡੀ ਨਹੀਂ ਹੋਏਗੀ। ਹਰਿਆਵਲ ਨਾਲ ਭਰੇ ਹਰੇ ਕਚੂਰ ਰੁੱਖ ਦੀ ਹੀ ਛਾਂ ਵੀ ਠੰਡੀ ਹੋਏਗੀ। ਜਿਵੇਂ ਇੱਕ ਪੁੱਤਰ ਲਈ ਮਾਂ ਉਹਦਾ ਓਟ ਆਸਰਾ ਬਣਦੀ ਹੈ, ਇਸੇ ਤਰੀਕੇ ਨਾਲ ਹਰੇ ਭਰੇ ਰੁੱਖ ਗਰਮੀ ਦੇ ਵਿੱਚ ਰਾਹਤ ਦਿੰਦੇ ਹਨ ਆਪਣੇ ਕੋਲ ਆਉਣ ਵਾਲੇ ਮੁਸਾਫਰਾਂ ਨੂੰ, ਜੀਵ ਜੰਤੂਆਂ ਨੂੰ। ਇਸ ਤੋਂ ਪਿੱਛੋਂ ਉਹ ਪੱਤਾ ਆਪਣੇ ਬਾਰੇ ਦੱਸਦਾ ਹੈ ਕਿ ਕਿਵੇਂ ਉਸਨੇ ਹਨੇਰੀ, ਝੱਖੜ, ਵਰਖਾ ਅਤੇ ਗੜਿਆਂ ਦੀ ਮਾਰ ਸਹੀ ਹੈ, ਕਿਵੇਂ ਕਿਵੇਂ ਦੇ ਮਾੜੇ ਵਕਤ ਉਹਨੇ ਗੁਜ਼ਾਰੇ ਹਨ। ਇਹੋ ਜਿਹੇ ਸਮਿਆਂ ਦੇ ਵਿੱਚ ਹੀ ਉਹਦੇ ਸੰਗੀ ਸਾਥੀ ਸੀ ਜਿਹੜੇ ਉਹਦੇ ਨਾਲੋਂ ਵਿਛੜ ਗਏ, ਉਹ ਟੁੱਟਦੇ ਗਏ ਟਾਹਣੀ ਨਾਲੋਂ ਅਤੇ ਇੱਕ ਇੱਕ ਕਰਕੇ ਉਹਨਾਂ ਦਾ ਜੀਵਨ ਖਤਮ ਹੋ ਗਿਆ, ਜੀਵਨ ਪੰਧ ਆਪਣਾ ਪੂਰਾ ਕਰ ਗਏ। ਅਤੇ ਇਹ ਪੱਤਾ ਦੱਸਦਾ ਹੈ ਕਿ ਮੈਨੂੰ ਵੀ ਹੁਣ ਧੜਕੂ ਲੱਗਾ ਹੈ ਕਿ ਮੈਂ ਵੀ ਮੁੱਕ ਜਾਣਾ ਹੈ, ਮੇਰਾ ਵੀ ਰੰਗ ਹੁਣ ਪੀਲਾ ਪੈ ਗਿਆ ਹੈ, ਪੀਲੇ ਤੋਂ ਬਾਅਦ ਮੈਂ ਸੁੱਕਣਾ ਹੈ, ਮੇਰਾ ਵੀ ਮੌਤ ਦਾ ਸਮਾਂ ਨੇੜੇ ਆ ਗਿਆ ਹੈ, ਮੈਂ ਵੀ ਮੁੱਕ ਜਾਣਾ ਹੈ। ਇਸ ਪਿੱਛੋਂ ਕਵੀ ਉਸ ਨੂੰ ਆਖਦਾ ਹੈ ਕਿ ਉਸ ਨੂੰ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਸਾਰੇ ਦਿਨ ਇੱਕੋ ਜਿਹੇ ਨਹੀਂ ਰਹਿੰਦੇ। ਜਿਵੇਂ ਤਿਉਹਾਰਾਂ ਦੇ ਦਿਨ, ਕਦੀ ਕੋਈ ਤਿਉਹਾਰ ਆਇਆ ਕਦੀ ਕੋਈ ਆਇਆ, ਸਦਾ ਤਿਉਹਾਰ ਵੀ ਇੱਕੋ ਨਹੀਂ ਰਹਿੰਦਾ, ਖੁਸ਼ੀਆਂ ਵੀ ਸਦਾ ਨਹੀਂ ਰਹਿੰਦੀਆਂ, ਗਮੀਆਂ ਵੀ ਸਦਾ ਨਹੀਂ ਰਹਿੰਦੀਆਂ। ਇਸ ਤੋਂ ਬਾਅਦ ਕੀ ਕਹਿ ਰਿਹਾ ਉਹ ਕਵੀ, ਕਿਵੇਂ ਸਮਝਾ ਰਿਹਾ, ਆਓ ਪੜ੍ਹਦੇ ਹਾਂ ਇਸ ਕਵਿਤਾ ਨੂੰ ਅੱਗੇ। ਆਉਣ ਜਾਣ ਦਾ ਫਿਕਰ ਨਾ ਰੱਖੀ, ਨਾ ਕਰ ਐਡਾ ਝੋਰਾ, ਆਈਏ ਜਾਈਏ ਰੰਗ ਜਮਾਈਏ ਇਹ ਕੁਦਰਤ ਦਾ ਤੋਰਾ, ਜੀਣਾ ਮਰਨਾ ਕੁਦਰਤ ਦਾ ਰੰਗ ਆਇਆ ਸਭ ਦੇ ਹਿੱਸੇ, ਆਉਣਾ ਜਾਣਾ ਬਹਿ ਨਹੀਂ ਰਹਿਣਾ ਬਸ ਦੁਨੀਆ ਦੇ ਕਿੱਸੇ। ਕਵੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਪੱਤੇ ਨੂੰ ਕਿ ਆਉਣ ਜਾਣ ਦਾ ਫਿਕਰ ਨਹੀਂ ਕਰਨਾ ਚਾਹੀਦਾ, ਆਪਣੇ ਮਨ ਨੂੰ ਐਡਾ ਝੋਰਾ ਚਿੰਤਾ ਨਹੀਂ ਲਾਉਣੀ ਚਾਹੀਦੀ, ਇਹ ਕੋਈ ਐਡਾ ਚਿੰਤਾ ਵਾਲਾ ਵਿਸ਼ਾ ਨਹੀਂ, ਕਿਉਂਕਿ ਆਉਣ ਜਾਣ ਬਣਿਆ ਹੈ ਦੁਨੀਆ 'ਤੇ, ਕੁਦਰਤ ਦਾ ਨਿਯਮ ਹੈ, ਕੁਦਰਤ ਦਾ ਤੌਰ ਤਰੀਕਾ ਹੀ ਇਹੀ ਹੈ, ਢੰਗ ਹੀ ਇਹੀ ਹੈ ਕਿ ਉਹ ਇੱਕ ਪੂਰ ਲੰਘ ਜਾਂਦਾ ਹੈ ਅਤੇ ਦੂਸਰਾ ਪੂਰ ਨਵਾਂ ਆ ਜਾਂਦਾ ਹੈ। ਜਿਵੇਂ ਗੱਡੀ ਸਟੇਸ਼ਨ ਦੇ ਉੱਪਰ ਇੱਕ ਆਉਂਦੀ ਹੈ ਅਤੇ ਇੱਕ ਚਲੀ ਜਾਂਦੀ ਹੈ, ਇਸੇ ਤਰ੍ਹਾਂ ਜੀਵਨ ਦੇ ਵਿੱਚ ਵੀ ਆਉਣ ਜਾਣ ਬਣਿਆ ਹੈ। ਕੋਈ ਵਿਅਕਤੀ ਦਾ ਜਨਮ ਹੁੰਦਾ ਹੈ, ਉਹ ਨਵਾਂ ਅਵਤਾਰ ਧਾਰਦਾ ਹੈ, ਇਸ ਦੁਨੀਆ ਦੇ ਉੱਤੇ ਆਉਂਦਾ ਹੈ, ਅਤੇ ਕੋਈ ਆਪਣੇ ਸਵਾਸ ਪੂਰੇ ਕਰਕੇ ਇਸ ਦੁਨੀਆ ਨੂੰ ਛੱਡ ਕੇ ਚਲਾ ਜਾਂਦਾ ਹੈ। ਸੋ ਆਉਣ ਜਾਣ ਦਾ ਇਹ ਜਿਹੜਾ ਰੂਟੀਨ ਹੈ ਬਣਿਆ ਹੋਇਆ ਹੈ ਲਗਾਤਾਰ, ਜਿਹੜੀ ਵੀ ਚੀਜ਼ ਆਈ ਹੈ ਇਸ ਦੁਨੀਆ 'ਤੇ ਨਾਸ਼ਵਾਨਤਾ ਹੋਣੀ ਹੀ ਹੋਣੀ ਹੈ, ਉਹਦੀ ਨਿਯਮ ਹੈ ਕੁਦਰਤ ਦਾ ਕਿ ਜਿਹੜੀ ਚੀਜ਼ ਉਪਜੀ ਹੈ ਉਹ ਬਿਨਸਨੀ ਵੀ ਜ਼ਰੂਰ ਹੈ, ਉਸ ਦਾ ਖਾਤਮਾ ਵੀ ਜ਼ਰੂਰ ਹੋਣਾ ਹੈ, ਖਤਮ ਵੀ ਹੋਣਾ ਹੈ। ਸੋ ਇਸ ਲਈ ਇਸ ਗੱਲ ਦਾ ਕੋਈ ਐਡਾ ਝੋਰਾ ਲਾਉਣ ਦੀ ਗੱਲ ਨਹੀਂ, ਕੋਈ ਐਡਾ ਝੋਰਾ ਕਰਨ ਵਾਲੀ ਗੱਲ ਨਹੀਂ, ਫਿਕਰ ਕਰਨ ਵਾਲੀ ਗੱਲ ਨਹੀਂ, ਐਡੀ ਚਿੰਤਾ ਨਹੀਂ ਲਾਉਣੀ ਚਾਹੀਦੀ, ਸਗੋਂ ਜਿਹੜੇ ਜ਼ਿੰਦਗੀ ਦੇ ਪਲ ਨੇ ਉਹਨਾਂ ਨੂੰ ਹੱਸ ਖੇਡ ਕੇ ਬਿਤਾਉਣਾ ਚਾਹੀਦਾ, ਕਿਉਂਕਿ ਮੌਤ ਨਿਸ਼ਚਿਤ ਹੈ, ਨਾਸ਼ਮਾਨਤਾ ਹੋਣੀ ਹੀ ਹੋਣੀ ਹੈ, ਸੰਸਾਰ ਨਾਸ਼ਮਾਨ ਹੈ, ਸਭ ਚੀਜ਼ਾਂ ਬਿਨਸਣ ਵਾਲੀਆਂ ਹਨ। ਸੋ ਜੇ ਪੱਤੇ ਨੂੰ ਇਸ ਚੀਜ਼ ਦਾ ਝੋਰਾ ਲੱਗਾ ਹੋਇਆ ਹੈ ਅਤੇ ਉਸਨੂੰ ਫਿਕਰ ਕਰਨ ਦੀ ਲੋੜ ਨਹੀਂ, ਕਿਉਂਕਿ ਇੱਕ ਜੀਵਨ ਪੰਧ ਉਹਦਾ ਖਤਮ ਹੋਏਗਾ ਅਤੇ ਕਿਸੇ ਦੂਸਰੀ ਜੂਨ ਦੇ ਵਿੱਚ ਆ ਕੇ ਉਹ ਫਿਰ ਇਸ ਦੁਨੀਆ ਦੇ ਵਿੱਚ ਆਵੇਗਾ। ਇੱਕ ਜੂਨ ਖਤਮ ਹੁੰਦੀ ਹੈ ਅਤੇ ਦੂਸਰੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਇਹ ਗੇੜ
ਚੱਲਦਾ ਰਹਿੰਦਾ ਹੈ। 84 ਲੱਖ ਜੂਨਾਂ ਦਾ ਗੇੜ ਇਸੇ ਤਰ੍ਹਾਂ ਤੋਰਾ ਤੁਰਦਾ ਰਹਿੰਦਾ ਹੈ। ਕਹਿੰਦੇ ਕਵੀ ਕਿ ਜੀਣਾ ਮਰਨਾ ਕੁਦਰਤ ਦਾ ਰੰਗ ਆਇਆ ਸਭ ਦੇ ਹਿੱਸੇ। ਜਿਉਣ ਮਰਨ ਆਏ ਜਿਹੜਾ ਇਹ ਕੁਦਰਤ ਦੇ ਰੰਗ ਨੇ। ਜੀਵਨ ਵੀ ਉਹ ਪਰਮਾਤਮਾ ਨੇ ਦਿੱਤਾ ਹੈ, ਮੌਤ ਵੀ ਉਸ ਦੇ ਹੱਥ ਹੈ, ਪਰ ਇਹ ਸਭ ਕਿਸੇ ਦੇ ਹਿੱਸੇ ਆਇਆ ਹੈ। ਕੋਈ ਵੀ ਅਜਿਹਾ ਨਹੀਂ ਜਿਹੜਾ ਇੱਥੇ ਸਦਾ ਥਿਰ ਰਹਿ ਗਿਆ ਹੋਵੇ। ਸਥਿਰ ਰਹਿਣ ਵਾਲੀ ਕੋਈ ਚੀਜ਼ ਨਹੀਂ ਹੈ ਸਿਵਾਏ ਪਰਮਾਤਮਾ ਦੇ ਨਾਮ ਤੋਂ। ਸੋ ਇਸ ਲਈ ਜੋ ਕੁਝ ਇੱਥੇ ਉਪਜਿਆ ਹੈ ਉਹਨੇ ਖਤਮ ਹੋਣਾ ਹੈ। ਉਸ ਦਾ ਜੀਵਨ ਦਾ ਪੰਧ ਕਦੇ ਨਾ ਕਦੇ ਮੁੱਕਣਾ ਹੈ। ਕਦੀ ਵੀ ਕੋਈ ਚੀਜ਼ ਇੱਥੇ ਹਮੇਸ਼ਾ ਸਥਿਰ ਰਹਿਣ ਵਾਲੀ ਨਹੀਂ। ਕਹਿੰਦੇ ਆਉਣਾ ਜਾਣਾ ਬਹਿ ਨਹੀਂ ਰਹਿਣਾ। ਇੱਥੇ ਆਉਣ ਜਾਣ ਬਣਿਆ ਹੈ, ਇੱਥੇ ਕਿਸੇ ਨੇ ਬੈਠੇ ਨਹੀਂ ਰਹਿਣਾ। ਬਸ ਇਹ ਦੁਨੀਆ ਦੇ ਵਿੱਚ ਕਿੱਸੇ ਹੀ ਰਹਿ ਜਾਂਦੇ ਨੇ, ਕਹਾਣੀਆਂ ਹੀ ਰਹਿ ਜਾਂਦੀਆਂ ਨੇ। ਦੁਨੀਆਦਾਰੀ ਹੀ ਇਹੀ ਹੈ ਕਿ ਦੁਨੀਆ ਦੇ ਵਿੱਚ ਜਿਹੜਾ ਆਇਆ ਹੈ ਉਸਨੇ ਜਾਣਾ ਹੈ। ਸੋ ਇਸ ਲਈ ਸਾਨੂੰ ਇਸ ਚੀਜ਼ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਸਰੀਰ, ਸਾਡਾ ਜੀਵਨ ਹੈ ਜਿਹੜਾ ਨਾਸ਼ਵਾਨ ਹੈ। ਸੋ ਅਸੀਂ ਆਪਣੇ ਜੀਵਨ ਦੇ ਵਿੱਚ ਖੁਸ਼ੀਆਂ ਵੰਡਣੀਆਂ ਹਨ, ਖੇੜੇ ਵੰਡਣੇ ਹਨ, ਦੂਸਰਿਆਂ ਨਾਲ ਪ੍ਰੇਮ ਪਿਆਰ ਵਧਾਉਣਾ ਹੈ, ਮਿਲਾਪ ਵਧਾਉਣਾ ਹੈ, ਦੂਸਰਿਆਂ ਦੇ ਸਹਾਇਕ ਬਣਨਾ ਹੈ, ਕੋੜੇ ਫਿੱਕੇ ਬੋਲ ਨਹੀਂ ਬੋਲਣੇ, ਸਭ ਦੇ ਲਈ ਚੰਗੇ ਬਣਨਾ ਹੈ, ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇਣਾ ਹੈ, ਤੀਰ ਮੇਰ ਨਹੀਂ ਰੱਖਣੀ। ਜਿੰਨਾ ਕੁ ਜੀਵਨ ਹੈ ਉਹਨੂੰ ਹੱਸ ਖੇਡ ਕੇ ਬਿਤਾਉਣਾ ਚਾਹੀਦਾ ਹੈ। ਫਾਲਤੂ ਦੀਆਂ ਗੱਲਾਂ ਦੀ ਚਿੰਤਾ ਕਰਨ ਨਾਲੋਂ ਜਿਹੜੇ ਪਲ ਦਿੱਤੇ ਹਨ ਉਹਨਾਂ ਨੂੰ ਖੁਸ਼ੀਆਂ ਵਿੱਚ ਹੰਡਾਉਣਾ ਚਾਹੀਦਾ ਹੈ। ਇਹ ਸੀ ਸਾਡੀ ਕਵਿਤਾ। ਆਸ ਕਰਦੀ ਹਾਂ ਤੁਹਾਨੂੰ ਸਮਝ ਆ ਗਈ ਹੋਵੇਗੀ। ਇਸ ਤੋਂ ਬਾਅਦ ਜਿਹੜੇ ਸ਼ਬਦਕੋਸ਼ ਦੇ ਸ਼ਬਦ ਦਿੱਤੇ ਗਏ ਸਨ ਤੁਹਾਨੂੰ, ਆਸ ਕਰਦੇ ਹਾਂ ਕਿ ਤੁਸੀਂ ਲਿਖ ਚੁੱਕੇ ਹੋਵੋਗੇ, ਕੰਮ ਕਰ ਲਿਆ ਹੋਵੇਗਾ। ਉਸ ਤੋਂ ਅੱਗੇ ਹੈ ਸੂਝ ਵਿਕਾਸ। ਸੂਝ ਵਿਕਾਸ ਦੇ ਵਿੱਚ ਬਹੁ ਵਿਕਲਪੀ ਪ੍ਰਸ਼ਨ ਦਿੱਤੇ ਨੇ ਜਿਨ੍ਹਾਂ ਦੇ ਅਸੀਂ ਸਹੀ ਵਿਕਲਪ ਚੁਣਨੇ ਹਨ ਅਤੇ ਉਹਨਾਂ ਦੇ ਅੱਗੇ ਅਸੀਂ ਸਹੀ ਦਾ ਨਿਸ਼ਾਨ ਲਗਾਉਣਾ ਹੈ। ਇਹ ਕਵਿਤਾ ਕਿਸ ਬਾਰੇ ਹੈ? ਇਹਦਾ ਆਨਸਰ ਆਏਗਾ ਪਿੱਪਲ ਦੇ ਪੱਤੇ ਬਾਰੇ, ਕਿਉਂਕਿ ਪਿੱਪਲ ਦੇ ਪੱਤੇ ਦੀ ਗੱਲ ਕੀਤੀ ਗਈ ਹੈ, ਪਰ ਇਹਦੇ ਵਿੱਚ ਸਮੇਂ ਦਾ ਪ੍ਰਭਾਵ ਵੀ ਦੱਸਿਆ ਗਿਆ ਹੈ ਨਾ। ਗੱਲ ਪਿੱਪਲ ਦੇ ਪੱਤੇ ਤੋਂ ਸ਼ੁਰੂ ਕੀਤੀ ਗਈ ਹੈ ਕਿਉਂਕਿ ਟੌਪਿਕ ਹੀ ਸਾਡਾ ਪਿੱਪਲ ਦੇ ਪੱਤੇ ਨੂੰ ਹੈ। ਸੋ ਇਹ ਸਾਰੀ ਕਵਿਤਾ ਦੇ ਵਿੱਚ ਅਸੀਂ ਪਿੱਪਲ ਦੇ ਪੱਤੇ ਬਾਰੇ ਹੀ ਗੱਲ ਕੀਤੀ ਹੈ। ਸੋ ਇੱਥੇ ਪਿੱਪਲ ਦੇ ਪੱਤੇ ਬਾਰੇ ਲਿਖ ਸਕਦੇ ਹੋ, ਪਰ ਇਹਦਾ ਆਨਸਰ ਜੇ ਉਂਝ ਡੀਪਲੀ ਸੋਚਿਆ ਜਾਏ ਤਾਂ ਸਮੇਂ ਦੇ ਪ੍ਰਭਾਵ ਬਾਰੇ ਬਣੇਗਾ ਕਿ ਸਮੇਂ ਦਾ ਪ੍ਰਭਾਵ ਹੈ ਜਿਹੜਾ ਉਹ ਸਾਰਿਆਂ ਦੇ ਉੱਤੇ ਹੀ ਹੈ ਆਉਂਦਾ ਹੈ। ਜੇ ਕਵਿਤਾ ਦੇ ਪੱਖ ਤੋਂ ਵੇਖੀਏ ਤਾਂ ਪਿੱਪਲ ਦੇ ਪੱਤੇ ਨੂੰ ਹੈ, ਪਰ ਜੇ ਕਵਿਤਾ ਦਾ ਪੱਖ ਵੇਖਿਆ ਜਾਵੇ ਕਿ ਕਿਹੜਾ ਪੱਖ ਹੈ ਕਵਿਤਾ ਨੇ ਉਭਾਰਨਾ ਚਾਹਿਆ ਤਾਂ ਸਮੇਂ ਦਾ ਪ੍ਰਭਾਵ ਦੱਸਿਆ ਹੈ। ਸੋ ਇਹਦੀ ਸਹੀ ਓਪਸ਼ਨ ਜਿਹੜੀ ਤੁਸੀਂ ਕਰੋਗੇ ਐਗਜ਼ੈਕਟ ਜਿਹੜੀ ਕਵਿਤਾ ਦੇ ਹਿਸਾਬ ਨਾਲ ਸਮੇਂ ਦੀ ਬਲਵਾਨਤਾ ਦੀ ਹੈ, ਸੋ ਸਮੇਂ ਦੇ ਪ੍ਰਭਾਵ ਬਾਰੇ ਇਹਦਾ ਸਹੀ ਆਨਸਰ ਆ ਜਾਏਗਾ। ਪੱਤੇ ਦੇ ਛੋਟੇ ਰੂਪ ਨੂੰ ਕੀ ਆਖਦੇ ਹਨ? ਕਰੂੰਬਲ। ਪੱਤੇ ਕਦੋਂ ਝੜਦੇ ਹਨ? ਇਹ ਸਭ ਨੂੰ ਪਤਾ ਹੈ ਕਿ ਪਤਝੜ ਦੀ ਰੁੱਤ ਵਿੱਚ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਹਨ। ਧੜਕੂ ਸ਼ਬਦ ਦਾ ਕੀ ਅਰਥ ਹੈ? ਧੜਕੂ ਹੁੰਦਾ ਹੈ ਡਰ ਜਾਂ ਖਤਰਾ, ਖਤਰੇ ਦਾ ਅਹਿਸਾਸ ਹੋਣਾ ਹੈ ਨਾ। ਆਈਏ ਜਾਈਏ ਸ਼ਬਦ ਦਾ ਕੀ ਅਰਥ ਹੈ? ਇੱਥੇ ਆਈਏ ਜਾਈਏ ਸ਼ਬਦ ਅਰਥ ਕਵਿਤਾ ਦੇ ਹਿਸਾਬ ਨਾਲ ਆਉਣਾ ਜਾਣਾ ਨਹੀਂ ਹੈ, ਜੰਮਣਾ ਮਰਨਾ ਹੈ। ਇੱਥੇ ਜੰਮਣਾ ਮਰਨਾ ਨੂੰ ਤੁਸੀਂ ਟਿਕ ਕਰੋਗੇ। ਅੱਜ ਲਈ ਇੰਨਾ ਹੀ, ਬਾਕੀ ਅਸੀਂ ਕੱਲ੍ਹ ਕਰਾਂਗੇ। ਧੰਨਵਾਦ।